ਹੈਲੋ ਐਂਡ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਕਈ ਖਾਸ ਗੱਲਾਂ ਡਿਸਕਸ ਕਰਨੀਆਂ ਸ਼ੋਅ ਦੇ ਵਿੱਚ। ਆਸਟ੍ਰੇਲੀਆ ਨੂੰ ਲੈ ਕੇ ਕਿਹੜੀ ਗੱਲਾਂ ਦਾ ਤੁਸੀਂ ਧਿਆਨ ਬਹੁਤ ਜ਼ਰੂਰੀ ਰੱਖਣਾ ਹੈ, ਚਾਹੇ ਤੁਸੀਂ ਕਾਲਜ ਦੀ ਚੋਣ ਕਰ ਰਹੇ ਹੋ, ਚਾਹੇ ਹੋਰ ਵੀ ਅੱਗੋਂ ਪ੍ਰੋਸੀਜਰ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ। ਆਪਾਂ ਬਹੁਤ ਕੁਝ ਡਿਸਕਸ ਕਰਨਾ ਹੈ। ਕੈਨੇਡਾ ਨੂੰ ਲੈ ਕੇ ਵੀ, ਸੈਪਟੈਂਬਰ ਇਨਟੇਕ ਨੂੰ ਲੈ ਕੇ ਵੀ ਬਹੁਤ ਸਵਾਲ ਜਿਹੜੇ ਸਟੂਡੈਂਟਸ ਦੇ ਸਾਡੇ ਕੋਲ ਆਏ ਸੀ, ਉਹਨਾਂ ਦੇ ਮੱਦੇਨਜ਼ਰ ਅੱਜ ਦਾ ਸ਼ੋਅ ਆਪਾਂ ਪੂਰਾ ਡੈਡੀਕੇਟ ਕਰ ਰਹੇ ਹਾਂ। ਸੋ ਇਸ ਲਈ ਪੂਰਾ ਸ਼ੋਅ ਤੁਸੀਂ ਧਿਆਨ ਨਾਲ ਵੇਖਣਾ ਤੇ ਸੁਣਨਾ। ਤੇ ਅੱਜ ਦੀ ਡਿਸਕਸ਼ਨ ਦੇ ਲਈ ਇੱਕ ਵਾਰ ਫਿਰ ਤੋਂ ਸਾਡੇ ਨਾਲ ਸ਼ੋਅ ਵਿੱਚ ਮੌਜੂਦ ਨੇ ਜੀ ESS ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜਿਵੇਂ ਆਪਾਂ ਆਸਟ੍ਰੇਲੀਆ ਤੋਂ ਹੀ ਸ਼ੁਰੂਆਤ ਕਰਦੇ ਹਾਂ, ਤੇ ਜਦੋਂ ਗੱਲ ਆਸਟ੍ਰੇਲੀਆ ਦੀ ਹੁੰਦੀ ਹੈ, ਸਟੂਡੈਂਟਸ ਦੀ ਇੱਕ ਕਨਫਿਊਜ਼ਨ ਜ਼ਰੂਰ ਆਪਾਂ ਦੇਖ ਸਕਦੇ ਹਾਂ ਕੋਰਸ ਸਿਲੈਕਸ਼ਨ ਨੂੰ ਲੈ ਕੇ ਰਹਿੰਦੀ ਹੈ। ਤਾਂ ਜਦੋਂ ਆਸਟ੍ਰੇਲੀਆ ਦੀ ਗੱਲ ਆਵੇ ਤਾਂ ਰਾਈਟ ਕੋਰਸ ਦੀ ਸਿਲੈਕਸ਼ਨ ਸਟੂਡੈਂਟ ਕਿਹੜੀ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੇ? ਦੇਖੋ, ਆਸਟ੍ਰੇਲੀਆ ਦੇ ਵਿੱਚ ਨਾ ਇੱਕ ਤੁਹਾਡਾ ਕੁਐਸਚਨ ਜਿਹੜਾ ਹੈ ਕਨਫਿਊਜ਼ਨ ਵਾਲਾ, ਕਨਫਿਊਜ਼ਨ ਨੂੰ ਜੇ ਆਪਾਂ ਇੱਕ ਹੋਰ ਵਰਡ ਸਿਨੋਨਿਮ ਲਾ ਕੇ ਅੱਗੇ ਲਾ ਦਈਏ, ਦੈਟ ਇਜ਼ ਤੁਸੀਂ ਉਸ ਕੋਰਸ ਦੀ ਜਾਂ ਉਸ ਪਾਰਟਿਕੂਲਰ ਵੈਬਸਾਈਟ ਦੀ ਉਸ ਪਾਰਟਿਕੂਲਰ ਕੋਰਸ ਕੰਟੈਂਟ ਦੀ ਤਹਿ ਤੱਕ ਕਿਵੇਂ ਪਹੁੰਚ ਸਕਦੇ ਹੋ ਜੀ। ਕੋਰਸ ਟਾਈਟਲ ਤੇ ਕਦੇ ਨਹੀਂ ਜਾਣਾ। ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ, ਮਾਸਟਰਸ ਆਫ ਟੀਚਿੰਗ ਔਰ ਮਾਸਟਰਸ ਆਫ ਐਜੂਕੇਸ਼ਨ। ਹੁਣ ਦੋਨੋਂ ਹੀ ਇੱਕ ਟੀਚਿੰਗ ਨੂੰ ਆਪਣੇ ਇੱਕ ਲੇਮੈਨ ਦੇ ਦਿਮਾਗ 'ਚ ਆਉਂਦਾ ਵੀ ਇਹ ਟੀਚਿੰਗ ਵਾਲਾ ਹੀ ਕੋਰਸ ਹੋਣਾ ਹੈ। ਇੱਕ ਐਮਐਡ ਹੈ, ਇੱਕ ਮਾਸਟਰਸ ਆਫ ਟੀਚਿੰਗ ਹੈ। ਵੇਅਰਐਜ਼ ਦੋਨਾਂ ਦਾ ਐਂਟਰੀ ਕ੍ਰਾਈਟੇਰੀਆ ਬਿਲਕੁਲ ਵੱਖਰਾ ਹੈ। ਮਾਸਟਰਸ ਆਫ ਐਜੂਕੇਸ਼ਨ ਕੋਈ ਵੀ ਉਹ ਗ੍ਰੈਜੂਏਟ ਕਰ ਸਕਦਾ ਹੈ, ਤੇ ਕਿਸੇ ਵੀ ਫੀਲਡ 'ਚ ਗ੍ਰੈਜੂਏਸ਼ਨ ਹੋਵੇ ਉਹਨੂੰ ਕੋਈ ਸਮੱਸਿਆ ਨਹੀਂ ਹੈਗੀ। ਬਟ ਮਾਸਟਰਸ ਆਫ ਟੀਚਿੰਗ ਵਾਸਤੇ ਤੁਹਾਡੇ ਕੋਲ B.Ed ਹੋਣੀ ਚਾਹੀਦੀ ਹੈ, ਪਲੱਸ ਕੁਝ ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਇਨ ਪ੍ਰਾਇਮਰੀ ਕਲਾਸਿਸ ਔਰ ਸੈਕੰਡਰੀ ਕਲਾਸਿਸ। ਉਸ ਤੋਂ ਬਾਅਦ ਤੁਸੀਂ ਐਜ਼ ਮਾਸਟਰਸ ਆਫ ਟੀਚਿੰਗ ਕੁਆਲੀਫਾਈ ਕਰਦੇ ਹੋ। ਕੋਰਸ ਟਾਈਟਲ ਤੇ ਨਾ ਜਾ ਕੇ ਜਦ ਉਹਦੇ ਕੋਰਸ ਦੇ ਕਰਿਕੂਲਮ ਨੂੰ ਦੇਖੋਗੇ, ਸਬਜੈਕਟਾਂ ਨੂੰ ਦੇਖੋਗੇ, ਉੱਥੇ ਤੁਹਾਡੀ ਕਲੈਰਿਟੀ ਆਣੀ ਹੈ। ਦੂਸਰਾ ਸਭ ਤੋਂ ਵੱਡਾ ਐਗਜ਼ਾਮਪਲ ਹੈ MIT ਔਰ MIS, ਮਾਸਟਰਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਮਾਸਟਰਸ ਆਫ ਇਨਫੋਰਮੇਸ਼ਨ ਸਿਸਟਮਸ। ਹੁਣ ਮਾਸਟਰਸ ਆਫ ਇਨਫੋਰਮੇਸ਼ਨ ਸਿਸਟਮ ਇਜ਼ ਅ ਕੰਬੀਨੇਸ਼ਨ ਆਫ ਬਿਜ਼ਨਸ ਐਂਡ IT। ਦੈਟ ਮੀਨ ਉਹਨੂੰ ਕੋਈ ਵੀ ਨੌਨ IT ਬੈਕਗਰਾਊਂਡ ਵਾਲਾ ਬੰਦਾ ਕਰ ਸਕਦਾ ਹੈ। ਬਟ MIT ਇਜ਼ ਟੋਟਲੀ ਟੈਕਨੀਕਲ। ਦੈਟ ਮੀਨ ਉਹਨੂੰ BTech, ਜਿਹਨੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੈ, BSc IT BCA, ਸਿਰਫ ਉਹੀ ਬੱਚਾ ਫੋਲੋ ਕਰ ਸਕਦਾ ਜਿਹਦੇ ਕੋਲ ਕੰਪਿਊਟਰਸ ਦਾ ਫਾਊਂਡੇਸ਼ਨ ਹੈ। ਤੇ ਯਕੀਨ ਮੰਨੋ ਤੇ ਆਹ ਫਾਲਸ ਕੋਰਸ ਸਿਲੈਕਸ਼ਨ ਇੱਕ ਬਹੁਤ ਵੱਡਾ ਕਾਰਨ ਹੁੰਦੀ ਹੈ ਤੁਹਾਡੀ GT ਰਿਜੈਕਸ਼ਨ ਦਾ ਜਾਂ ਵੀਜ਼ਾ ਰਿਜੈਕਸ਼ਨ ਦਾ। ਜਦ ਉਹਨੂੰ ਕੋਰਸ ਕਨੈਕਸ਼ਨ ਹੀ ਨਹੀਂ ਮਿਲਦਾ, ਸਿਰਫ ਕੋਰਸ ਟਾਈਟਲ ਤੇ ਹੀ ਤੁਹਾਨੂੰ ਇੱਕ ਕੋਰਸ ਦੇ ਦਿੱਤਾ ਜਾਂਦਾ ਹੈ, ਦੈਟ ਮੀਨ ਕਨੈਕਸ਼ਨ ਇੱਕ ਅੱਧੇ ਸਬਜੈਕਟ ਨਾਲ ਹੋਏਗਾ, ਬਟ ਐਨ ਲਿਊ ਆਫ ਹਾਈ ਕਮਿਸ਼ਨ ਤੁਸੀਂ 8 ਸਬਜੈਕਟ ਇੱਕ ਸਾਲ 'ਚ ਪੜ੍ਹਦੇ ਹੋ। ਜੇ ਉਹਦੇ ਵਿੱਚੋਂ ਇੱਕ ਸਬਜੈਕਟ ਦਾ ਹੀ ਕਨੈਕਸ਼ਨ ਹੈ, ਬਾਕੀ 7 ਸਬਜੈਕਟਾਂ ਦੇ ਵਿੱਚ ਤੁਸੀਂ ਸਟਰਗਲ ਕਰੋਗੇ ਹੀ ਕਰੋਗੇ। ਦਿਸ ਇਜ਼ ਵੈਰੀ ਕਲੀਅਰ ਟੂ ਐਨੀ ਆਫ ਦਾ ਅਕੈਡਮਿਸ਼ੀਅਨਸ। ਜਿਹੜਾ ਵੀ ਟੀਚਰ ਹੈ ਨਾ, ਜੇ ਤੁਸੀਂ +2 ਮੈਡੀਕਲ ਨਹੀਂ ਕੀਤਾ, ਤੁਸੀਂ ਅੱਗੇ ਡਾਕਟਰੀ ਦੀ ਪੜ੍ਹਾਈ ਨਹੀਂ ਕਰ ਸਕਦੇ। ਬਿਲਕੁਲ, ਚਾਹੇ ਤੁਸੀਂ ਇੱਕ ਸਬਜੈਕਟ ਪੜ੍ਹਿਆ ਹੋਏਗਾ, ਬਟ ਦੈਟ ਵਿਲ ਨਾਟ ਮੇਕ ਯੂ ਕੁਆਲੀਫਾਈ ਫॉर दैट ਐਜੂਕੇਸ਼ਨ। ਸੇਮ ਗੋਜ਼ ਟੂ ਇੰਜੀਨੀਅਰਿੰਗ, ਸੇਮ ਗੋਜ਼ ਟੂ ਐਨੀ ਅਦਰ ਫੀਲਡ ਜੋ ਆਪਾਂ ਇੰਡੀਆ 'ਚ ਵੀ ਅੱਜ ਕਰਦੇ ਹੈਗੇ ਆ। ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਸਹੀ ਕੋਰਸ ਸਿਲੈਕਸ਼ਨ ਦਾ ਇੱਕੋ ਫਾਰਮੂਲਾ ਹੈਗਾ, ਕੋਰਸ ਕਰਿਕੂਲਮ, ਉਹਦੇ ਸਬਜੈਕਟ ਦੇਖੋ, ਸਬਜੈਕਟਾਂ ਨਾਲ ਆਪਣਾ ਰਿਲੇਸ਼ਨ ਬਣਾਓ, ਫਿਰ ਉਹਨੂੰ ਅੱਗੇ ਐਡਮਿਸ਼ਨ ਕ੍ਰਾਈਟੇਰੀਆ ਵਾਸਤੇ ਤੋਰੋ। ਠੀਕ ਹੈ ਬਿਲਕੁਲ। ਸੋ ਅਗਰ ਵੈਸੇ ਤਾਂ ਡਿਟੇਲ ਵਿੱਚ ਆਪਾਂ ਹਰੇਕ ਪੁਆਇੰਟ ਤੁਹਾਨੂੰ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸ਼ੋਅ ਦੇ ਜ਼ਰੀਏ, ਪਰ ਤੁਹਾਡਾ ਆਪਣਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਉਸ ਸਵਾਲ ਦੇ ਜਵਾਬ ਤੱਕ ਜ਼ਰੂਰ ਪਹੁੰਚਣਾ ਹੈ। ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਜਿਸ ਦੇ ਉੱਪਰ ਕਾਲ ਕਰਕੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ESS ਗਲੋਬਲ ਇਮੀਗ੍ਰੇਸ਼ਨ ਦੀ ਜੋ ਟੀਮ ਹੈ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾਉਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਸੋ ਅੱਗੋਂ ਅਗਰ ਸਰ ਆਪਾਂ ਗੱਲ ਕਰੀਏ ਕਾਲਜਿਸ ਨੂੰ ਲੈ ਕੇ, ਕਿ ਵੈਲੀਡੇਸ਼ਨ ਆਫ ਕਾਲਜਿਸ ਨੂੰ ਲੈ ਕੇ ਸਵਾਲ ਸਟੂਡੈਂਟਸ ਦਾ ਰਹਿੰਦਾ, ਤਾਂ ਕੀ ਇਹਨੂੰ ਆਪਾਂ ਐਕਚੁਅਲ ਮੰਨਦੇ ਹਾਂ? ਕਿਵੇਂ ਸਟੂਡੈਂਟ ਕਾਲਜ ਦੀ ਵੀ ਸਿਲੈਕਸ਼ਨ ਕਰੇ? ਦੇਖੋ, ਕਾਲਜ ਸਭ ਤੋਂ ਪਹਿਲਾਂ ਜੇ ਉਹਦੇ ਕੋਲ ਕ੍ਰਾਈਕੋਸ ਕੋਡ ਹੈਗਾ, ਇਹ ਬਕਾਇਦਾ ਵੈਬਸਾਈਟ ਹੈ ਆਸਟ੍ਰੇਲੀਅਨ ਗਵਰਨਮੈਂਟ ਦੀ। ਹਰੇਕ ਕੋਈ ਯੂਨੀਵਰਸਿਟੀ ਐਂਡ ਕਾਲਜ ਲਿਸਟਡ ਹੈ ਉਸ ਪਾਰਟਿਕੂਲਰ ਵੈਬਸਾਈਟ ਦੇ ਉੱਤੇ, ਜਿਹੜਾ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾ ਸਕਦਾ। ਜੇ ਤੁਹਾਡਾ ਕਾਲਜ ਔਰ ਤੁਹਾਡਾ ਕੋਰਸ ਉਸ ਪਾਰਟਿਕੂਲਰ ਵੈਬਸਾਈਟ ਤੇ ਨਹੀਂ ਦਿਖਦਾ, ਦੈਟ ਮੀਨ ਤੁਹਾਨੂੰ ਆਫਰ ਨਹੀਂ ਦੇ ਸਕਦਾ, ਤੁਹਾਡੀ COE ਨਹੀਂ ਲੈ ਸਕਦਾ, ਐਂਡ ਸੋ ਔਨ, ਤੁਹਾਨੂੰ ਪੜ੍ਹਾ ਹੀ ਨਹੀਂ ਸਕਦਾ। ਓਕੇ, ਜੇ ਤੁਹਾਡਾ ਯੂਨੀਵਰਸਿਟੀ ਉਸ ਤੇ ਲਿਸਟਡ ਹੈ, ਯਕੀਨ ਮੰਨੋ ਉਹ ਸਰਕਾਰ ਦੇ ਹਰੇਕ ਪੈਰਾਮੀਟਰ ਦੇ ਵਿੱਚ ਖਰਾ ਉਤਰਦਾ, ਨੰਬਰ 1। ਦੂਸਰਾ, ਆਪਾਂ ਆਮ ਸੁਣਨ ਨੂੰ ਦੇਖਿਆ ਜਦ ਵੀਜ਼ਾ ਰਿਜੈਕਸ਼ਨ ਆਉਂਦੇ ਨੇ ਤੇ ਉਸ ਟਾਈਮ ਇਹ ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਵੀ ਇਹਦਾ ਕਾਲਜ ਹੀ ਇਹੋ ਜਿਹਾ ਹੈ ਨਾ, ਇਹਦਾ ਕਾਲਜ ਹੀ ਮਾੜਾ, ਤਾਂ ਹੀ ਇਹਦਾ ਰਿਜੈਕਸ਼ਨ ਆਉਂਦੇ ਪਏ ਨੇ। ਅੰਡਰਸਟੈਂਡ ਕਰੋ, ਇੱਕ ਕਾਲਜ ਸਿਰਫ ਉਸ ਇਨਟੇਕ ਵਾਸਤੇ ਨਹੀਂ ਬਣਿਆ। ਕਾਲਜ ਉੱਥੇ 10-10 ਸਾਲਾਂ ਦੇ ਜਾਂ 20-20 ਸਾਲਾਂ ਦੇ ਯੂਨੀਵਰਸਿਟੀਆਂ ਦਾ ਸਟੇਟਸ ਲੈ ਕੇ ਬੈਠੇ ਹੋਏ ਆ। ਇਹ ਕਾਲਜ, ਇਹ ਯੂਨੀਵਰਸਿਟੀ ਉਦੋਂ ਹੀ ਵੀਜ਼ਾ ਰਿਜੈਕਸ਼ਨ ਆਉਂਦਾ
ਜਦ ਉਹਨਾਂ ਦਾ GT ਕ੍ਰਾਈਟੇਰੀਆ ਨਾਲ ਖਿਲਵਾੜ ਹੁੰਦਾ ਹੈ। ਬੜਾ ਬੇਸਿਕ ਫਾਰਮੂਲਾ ਲੈ ਕੇ ਚੱਲੋ, ਜਿਹੜੇ ਕਾਲਜ ਦਾ GT ਕ੍ਰਾਈਟੇਰੀਆ ਸਭ ਤੋਂ ਸੌਖਾ ਹੈ, ਸਭ ਤੋਂ ਸੌਖਾ ਮਤਲਬ ਸਭ ਤੋਂ ਸੌਖਾ, ਉਹ ਇੱਕ ਇਨਟੇਕ ਤੋਂ ਉੱਪਰ ਸਟਰਗਲ ਕਰੇਗਾ ਦੂਜੇ ਇਨਟੇਕ 'ਚ ਬੱਚੇ ਭਰਤੀ ਕਰਨ ਵਾਸਤੇ, ਕਿਉਂਕਿ ਹਾਈ ਕਮਿਸ਼ਨ ਨੂੰ ਪਤਾ ਲੱਗ ਜਾਂਦਾ ਹੈ। ਇੱਕ ਪ੍ਰੋਸੈਸ ਹੈ GT ਦਾ ਜਿਹੜਾ ਕਿ 4 ਤੋਂ 8 ਹਫ਼ਤੇ ਲੈਂਦਾ ਹੈ। ਹੁਣ ਇੱਕ ਕਾਲਜ ਨੇ ਇਸ਼ੂ ਕੀਤਾ ਆਫਰ ਲੈਟਰ, ਮੰਨ ਕੇ ਚੱਲਦੇ ਆ 15 ਦਸੰਬਰ ਨੂੰ, ਤੇ ਉਹਦੀ COE ਇਸ਼ੂ ਹੋ ਗਈ 25 ਦਸੰਬਰ ਨੂੰ। ਹੁਣ ਇਹ ਕਲੀਅਰ ਕੱਟ ਇੰਡੀਕੇਸ਼ਨ ਮਿਲਦਾ ਹਾਈ ਕਮਿਸ਼ਨ ਨੂੰ ਵੀ ਇਹ ਬੰਦੇ ਨੇ ਉਸ ਤਰੀਕੇ ਨਾਲ ਰੇਕੀ ਨਹੀਂ ਕੀਤੀ ਯੂਨੀਵਰਸਿਟੀ ਦੀ, ਜਾਂ ਕਾਲਜ ਨੇ GT ਚੈੱਕ ਹੀ ਨਹੀਂ ਕੀਤਾ, 10 ਦਿਨਾਂ ਦੇ ਵਿੱਚ ਪੈਸੇ ਲਿੱਤੇ, COE ਦੇ ਦਿੱਤਾ ਵੀ ਚਲੋ ਅੱਗੇ ਅੰਬੈਸੀ 'ਚ ਵੀਜ਼ਾ ਫਾਈਲ ਲਾਓ। ਇਹ ਸਭ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਪੂਰੇ ਦੇ ਪੂਰੇ ਵੀਜ਼ਾ ਪ੍ਰੋਸੈਸ ਨੂੰ ਮੋਨੀਟਰ ਕਰਦੀਆਂ ਨੇ। ਹੁਣ ਇੱਕ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ, ਆਸਟ੍ਰੇਲੀਆ ਐਡਾ ਵੱਡਾ ਦੇਸ਼ ਹੈ, ਉੱਥੇ ਸਿਰਫ 41 ਯੂਨੀਵਰਸਿਟੀਆਂ ਹੀ ਕਿਉਂ ਹੈ? ਬਿਲਕੁਲ ਕਿਉਂਕਿ ਇਟ ਇਜ਼ ਆਲ ਮੋਨੀਟਰਡ, ਆਲ ਰੈਗੂਲੇਟਡ। ਉੱਥੇ ਕੋਈ ਵੀ ਉੱਠ ਕੇ ਯੂਨੀਵਰਸਿਟੀ ਦਾ ਟਾਈਟਲ ਜਾਂ ਕਾਲਜ ਦਾ ਟਾਈਟਲ ਨਹੀਂ ਲੈ ਸਕਦਾ ਜਦ ਤੱਕ ਕਿ ਉਹ ਪੂਰੇ ਪ੍ਰੋਟੋਕੋਲ 'ਚੋਂ ਨਿਕਲ ਕੇ ਜਾਂਦਾ। ਹੁਣ ਆਮ ਤੌਰ 'ਤੇ ਕਈ ਬੱਚਾ ਆਉਂਦਾ, ਅੱਛਾ ਭਾਜੀ ਜੇ ਆਪਾਂ ਡਿਪਲੋਮਾ ਕੋਰਸ ਕਰ ਲਈਏ ਉੱਥੇ ਤਾਂ ਕੋਈ GT ਨਹੀਂ, ਕਾਲਜ ਦੀ ਕੋਈ GT ਨਹੀਂ, ਬਟ ਅੰਬੈਸੀ ਦੀ GT ਤਾਂ ਉਵੇਂ ਰਹੇਗੀ ਨਾ। ਇਸ਼ੂ ਡੇਟ ਆਫ ਆਫਰ ਲੈਟਰ, ਇਸ਼ੂ ਡੇਟ ਆਫ COE, 2 ਡੇਟਾ ਧਿਆਨ ਰੱਖੋ, ਉਹਦੇ ਵਿੱਚ 4 ਤੋਂ 5 ਹਫ਼ਤੇ ਦਾ ਫਰਕ ਨਹੀਂ ਹੈਗਾ। that mean the whole game is not in existence। GT ਬਹੁਤ ਵੱਡਾ ਸਵਾਲ ਰਹੇਗਾ ਯੂਨੀਵਰਸਿਟੀ ਦਾ, ਜੋ ਕਿ ਹਾਈ ਕਮਿਸ਼ਨ ਉਹਦੀ ਰਿਕੁਆਇਰਮੈਂਟ ਪੂਰੀ ਕਰੇਗਾ ਵੀਜ਼ੇ ਦੇ ਕੇ ਜਾਂ ਰਿਜੈਕਟ ਕਰਕੇ। ਜੀ ਬਿਲਕੁਲ। ਸੋ ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟਸ ਹੁੰਦੇ ਨੇ ਜਿਹੜੇ ਅਸੀਂ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜੋ ਤੁਸੀਂ ਕਿਤੇ ਵੀ ਫਾਈਲ ਲਗਾਉਣ ਦੀ ਬਾਰੇ ਸੋਚ ਰਹੇ ਹੋ, ਅਗਰ ਆਪਾਂ ਖਾਸ ਤੌਰ 'ਤੇ ਆਸਟ੍ਰੇਲੀਆ ਦੇ ਪੁਆਇੰਟ ਡਿਸਕਸ ਕਰ ਰਹੇ ਹਾਂ, ਸੋ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ। ਆਪਣਾ ਫਾਈਲ ਪ੍ਰੋਸੈਸ ਸ਼ੁਰੂ ਕਰਵਾਉਣ ਵੇਲੇ ਇੱਕ ਚੰਗੇ ਕੰਸਲਟੈਂਟ ਦੀ ਜੇਕਰ ਚੋਣ ਕਰਦੇ ਹੋ ਤਾਂ ਤੁਹਾਨੂੰ ਉਹ ਸਾਰੀ ਵੈਲਿਡ ਚੀਜ਼ਾਂ ਦੇ ਉੱਪਰ ਚੱਲਦੇ ਹੋਏ ਹੀ ਤੁਹਾਡਾ ਪ੍ਰੋਸੈਸ ਕਰਕੇ ਤੁਹਾਡਾ ਵੀਜ਼ਾ ਤੁਹਾਨੂੰ ਦਿਵਾਉਂਦੇ ਨੇ। ਸੋ ਤੁਸੀਂ ਅਗਰ ਆਪਣੀ ਫਾਈਲ ਪ੍ਰੋਸੈਸ ਕਰਵਾਉਣ ਨੂੰ ਲੈ ਕੇ, ਕਾਲਜ ਯੂਨੀਵਰਸਿਟੀ ਦੀ ਚੋਣ ਨੂੰ ਲੈ ਕੇ, ਕੋਰਸ ਸਿਲੈਕਸ਼ਨ ਨੂੰ ਲੈ ਕੇ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਜ਼ਰੂਰ ESS ਦੀ ਟੀਮ ਦੇ ਨਾਲ ਕੰਟੈਕਟ ਕਰੋ। ਇੱਥੇ ਆਪਣੇ ਡਾਕੂਮੈਂਟਸ ਲੈ ਕੇ ਵੀ ਵਿਜ਼ਿਟ ਕਰ ਸਕਦੇ ਹੋ, ਐਡਰੈਸ ਡਿਟੇਲਸ ਵੀ ਤੁਸੀਂ ਨੀਚੇ ਸਕਰੋਲ ਦੇ ਵਿੱਚ ਦੇਖ ਸਕਦੇ ਹੋ। ਡਾਕੂਮੈਂਟਸ ਲੈ ਕੇ ਆਓ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਓ ਤਾਂ ਕਿ ਤਸੱਲੀ ਨਾਲ ਪੂਰੀ ਜਾਣਕਾਰੀ ਲੈ ਕੇ ਤੁਸੀਂ ਸਹੀ ਕੋਰਸ ਨਾਲ ਅੱਗੇ ਵਧੋ। ਅੱਗੋਂ ਆਪਾਂ ਗੱਲ ਇੰਸ਼ੋਰੈਂਸ ਨੂੰ ਲੈ ਕੇ ਵੀ ਕਰ ਲਈਏ। ਜਿੱਥੇ ਗੱਲ ਆਸਟ੍ਰੇਲੀਆ ਦੀ ਆ ਜਾਂਦੀ ਹੈ ਤਾਂ OSHC ਕਿੰਨਾ ਕੁ ਕੰਪਲਸਰੀ ਆਪਾਂ ਮੰਨਦੇ ਹਾਂ ਸਟੂਡੈਂਟਸ ਲਈ ਜਾਂ ਉਹਦੀ ਫੈਮਿਲੀ ਦੇ ਲਈ? ਦੇਖੋ, ਆਸਟ੍ਰੇਲੀਆ ਦੇ ਵਿੱਚ ਤੁਸੀਂ ਕਦੇ ਵੀ ਕੋਈ ਵੀ ਵੀਜ਼ਾ ਅਪਲਾਈ ਕਰਦੇ ਹੋ, ਆਸਟ੍ਰੇਲੀਅਨ ਗਵਰਨਮੈਂਟ ਇਹ ਪੂਰਾ ਕਲੀਅਰ ਕਰਕੇ ਚੱਲਦੀ ਹੈ ਵੀ ਜਿਹੜਾ ਵੀ ਬੰਦਾ ਉਸ ਧਰਤੀ ਤੇ ਆ ਰਿਹਾ ਹੈ ਉਹ ਮੈਡੀਕਲੀ ਕਵਰਡ ਹੋਵੇ, ਕਿਉਂਕਿ ਮੈਡੀਕਲ ਐਕਸਪੈਂਸ ਬਹੁਤ ਜ਼ਿਆਦਾ ਹੁੰਦੇ ਨੇ। ਹੁਣ ਜਦ ਇੱਕ ਟੂਰਿਸਟ ਵੀ ਆਸਟ੍ਰੇਲੀਆ ਪਹੁੰਚਦਾ ਹੈ, ਉਹਨਾਂ ਨੂੰ ਹਰੇਕ ਪਾਸਿਓਂ ਉਹਨੂੰ ਮੈਡੀਕਲੀ ਕਵਰ ਕਰਨਾ ਹੁੰਦਾ ਹੈ। ਤੇ ਗੱਲ ਆਉਂਦੀ ਸਟੂਡੈਂਟ ਦੀ, ਤਾਂ ਇੱਕ ਮੈਂਡੇਟ ਰਿਕੁਆਇਰਮੈਂਟ ਰਹਿ ਜਾਂਦਾ ਹੈ ਹਰੇਕ ਉਸ ਬੰਦੇ ਦਾ ਜੋ ਇਸ ਸਬ ਕਲਾਸ ਦੇ ਹੇਠਾਂ ਵੀਜ਼ਾ ਅਪਲਾਈ ਕਰਦਾ ਪਿਆ, ਵਿਚ ਇਜ਼ 500 ਸਬ ਕਲਾਸ। ਤੁਸੀਂ ਉੱਥੇ 1 ਸਾਲ 2 ਸਾਲ 3 ਸਾਲ ਜਾਂ 4 ਸਾਲ ਰਹਿਣਾ ਐਜ਼ ਅ ਸਟੂਡੈਂਟ, ਤੁਸੀਂ ਹਰ ਪਾਸਿਓਂ ਮੈਡੀਕਲੀ ਕਵਰ ਹੋਣੇ ਚਾਹੀਦੇ ਹੋ। ਉਹਦੇ ਵਿੱਚ ਬੜਾ ਸਿੰਪਲ ਫਾਰਮੂਲਾ ਹੈ, ਫੀਸ ਤੁਸੀਂ ਸਮੈਸਟਰ ਦੀ ਦੇ ਸਕਦੇ ਹੋ, ਪਰ ਇੰਸ਼ੋਰੈਂਸ ਓਵਰਸੀਜ਼ ਹੈਲਥ ਕਵਰ ਉਨੀ ਦੋਗੇ ਜਿੰਨੀ ਦੇਰ ਦਾ ਵੀਜ਼ਾ ਲੱਗਣਾ। ਉਹ 2 ਸਾਲ 3 ਮਹੀਨੇ ਵੀ ਹੋ ਸਕਦਾ, 2 ਸਾਲ 2 ਮਹੀਨੇ ਵੀ ਹੋ ਸਕਦਾ ਫॉर ਮਾਸਟਰਸ, ਐਂਡ ਬੈਚਲਰ ਵਾਸਤੇ 3 ਸਾਲ 3 ਮਹੀਨੇ ਔਰ 3 ਸਾਲ 2 ਮਹੀਨੇ, ਡਿਪੈਂਡ ਸਟਾਰਟ ਡੇਟ ਆਫ ਦਾ ਕੋਰਸ ਤੁਹਾਡਾ ਕੀ ਹੈਗਾ। ਇੰਸ਼ੋਰੈਂਸ ਦੀ ਡਿਊਰੇਸ਼ਨ ਉਸ ਤਰੀਕੇ ਨਾਲ ਤੈਅ ਹੁੰਦੀ ਹੈ ਤੇ ਨਾਰਮਲੀ ਯੂਨੀਵਰਸਿਟੀ ਹੀ ਤੁਹਾਡੀ ਇੰਸ਼ੋਰੈਂਸ ਅਰੇਂਜ ਕਰਾਉਂਦੀ ਹੈ। ਕਈ ਕੰਸਲਟੈਂਟ ਉਹਨੂੰ ਬਾਹਰਲੇ ਸੋਰਸਿਸ ਤੋਂ ਵੀ ਅਰੇਂਜ ਕਰ ਦਿੰਦੇ ਨੇ, ਬਟ ਇਟਸ ਅ ਮੈਂਡੇਟ ਡਾਕੂਮੈਂਟ, ਉਹਦੇ ਬਗੈਰ ਵੀਜ਼ਾ ਨਹੀਂ ਆਉਣਾ। ਇੰਸ਼ੋਰੈਂਸ ਤੁਹਾਡੀ COE ਵੀ ਡੈਫਰ ਹੋ ਜਾਂਦੀ ਹੈ, ਅਗਲੇ ਇਨਟੇਕ ਜਾਂਦੇ ਹੋ, ਉਹ ਇੰਸ਼ੋਰੈਂਸ ਦੀ ਡੇਟਾ ਨੂੰ ਵੀ ਮੈਚ ਕਰਦੀ ਹੈਗੀ ਹੈ COE ਦੇ ਨਾਲ। ਤੇ ਤੁਹਾਡੀ ਨਾਰਮਲੀ ਇੰਸ਼ੋਰੈਂਸ ਸਟਾਰਟ ਡੇਟ ਤੋਂ ਹਫਤਾ ਜਾਂ 2 ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈਗੀ ਹੈ। ਤਾਂ ਇੰਸ਼ੋਰੈਂਸ ਵੈਰੀ ਮੈਂਡੇਟ, ਇਹ ਤੁਹਾਡੇ ਫਾਇਦੇ ਵਾਸਤੇ ਹੈ, ਇਹਨੂੰ ਪੈਸਿਆਂ ਦੇ ਨਾਲ ਨਹੀਂ ਤੋਲਣਾ। ਬਿਲਕੁਲ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਚੀਜ਼ਾਂ ਜੋ ਤੁਹਾਡੀ ਪ੍ਰੋਫਾਈਲ ਦੇ ਲਈ, ਤੁਹਾਡਾ ਵੀਜ਼ਾ ਲੱਗਣ ਦੇ ਲਈ ਜ਼ਰੂਰੀ ਨੇ, ਇਸ ਲਈ ਅੱਜ ਆਪਾਂ ਸ਼ੋਅ ਦੇ ਵਿੱਚ ਡਿਸਕਸ ਕਰ ਰਹੇ ਹਾਂ। ਸੋ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਤਾਂ ਨੈਕਸਟ ਕਮਿੰਗ ਇਨਟੇਕਸ ਦੀ ਵੀ ਆਪਾਂ ਗੱਲ ਜ਼ਰੂਰ ਕਰਾਂਗੇ। ਫਿਲਹਾਲ ਜਿਹੜੇ ਸਟੂਡੈਂਟਸ ਨੇ ਅਪਲਾਈ ਕੀਤਾ ਹੋਇਆ ਸੀ, ਕਿਸ ਤਰ੍ਹਾਂ ਦੇ ਰਿਜ਼ਲਟਸ ਆ ਰਹੇ ਨੇ ਇਸ ਸਮੇਂ, ਉਹਦੀ ਵੀ ਗੱਲ ਜ਼ਰੂਰ ਕਰਾਂਗੇ। ਦੇਖੋ, ਆਸਟ੍ਰੇਲੀਆ ਸ਼ੁਰੂ ਤੋਂ ਹੀ 60-70 ਦੇ ਵਿੱਚ ਰਿਹਾ ਜੀ। ਇਟ ਇਜ਼ ਨਾਟ 100%, ਇਟ ਕੈਨ ਨੈਵਰ ਬੀ 100%, ਕਿਉਂਕਿ ਜਦ ਤੱਕ GT ਦਾ ਕ੍ਰਾਈਟੇਰੀਆ ਉਹਨਾਂ ਦੇ ਸਿਸਟਮ ਦੇ ਵਿੱਚ ਹੈਗਾ, ਦੈਟ ਮੀਨ ਉਹ ਸਬਜੈਕਟਿਵ ਹੈ। ਸਬਜੈਕਟਿਵ ਕੀ ਹੈ? ਤੁਸੀਂ ਰਿਟਰਨਾਂ ਦਿੰਦੇ ਹੋ 3 ਸਾਲਾਂ ਦੀਆਂ, ਜਿਹਦੇ ਵਿੱਚ ਕਿ 5 ਲੱਖ ਇਨਕਮ ਹੀ ਦਿਖਾਈ ਜਾ ਰਹੀ ਹੈ, ਜਿਹੜੀ ਲੇਟੈਸਟ ਰਿਟਰਨ ਹੈ। ਤਾਂ ਤੁਸੀਂ ਰਿਟਰਨਾਂ ਦਿੰਦੇ ਹੋ 1 ਸਾਲ ਦੀ, ਜਿਹਦੇ ਵਿੱਚ 15 ਲੱਖ ਇਨਕਮ ਦਿਖਾਈ ਗਈ ਹੈ, ਉਹ 5 ਲੱਖ ਵਾਲੇ ਨੂੰ ਇੰਪੋਰਟੈਂਸ ਦੇਣਗੇ, ਕਿਉਂਕਿ 3 ਸਾਲ ਦੀ ਕੰਸਿਸਟੈਂਸੀ ਆਫ ਡਾਕੂਮੈਂਟੇਸ਼ਨ ਹੈ। ਫਿਗਰ ਤੇ ਨਹੀਂ ਉਹ ਜਾਣਗੇ ਕਦੇ ਵੀ। ਇਹ ਆਮ ਤੌਰ 'ਤੇ ਸੁਣਨ ਨੂੰ ਆਇਆ, ਉਸ ਤੱਕ ਕਰੋੜ ਰੁਪਏ ਦੀ ਪ੍ਰਾਪਰਟੀ ਦਿਖਾਤੀ, 50 ਲੱਖ ਰੁਪਇਆ ਖਾਤਿਆਂ ਦਿਖਾਤਾ, ਤੇ ਇਨਕਮ ਦੇ ਜਿਹੜੇ ਹੈ ਸੋਰਸ 20-25 ਲੱਖ ਦੇ ਦਿਖਾਤੇ।
ਪਰ ਕਾਗਜ਼ ਕੀ ਦਿਖਾਏ। ਇੱਕ ਕਾਗਜ਼ ਹਰ ਚੀਜ਼ ਦਾ ਦੇਤਾ ਤਾਂ ਹਾਈ ਕਮਿਸ਼ਨ ਲਈ ਨੌਨ GT ਆਟੋਮੈਟਿਕਲੀ ਬਣ ਜਾਂਦਾ ਹੈ। ਇਹਨੂੰ ਮੈਂ ਆਸਟ੍ਰੇਲੀਆ ਨੂੰ ਇਸ ਤਰ੍ਹਾਂ ਆਪਣੇ ਦਿਮਾਗ 'ਚ ਕੰਪੇਅਰ ਕਰਦਾ, ਇਟ ਇਜ਼ ਲਾਈਕ ਕੋਰਟ ਆਫ ਲਾਅ। ਤੁਸੀਂ ਜਦ ਹਿੰਦੁਸਤਾਨ ਦੇ ਕਿਸੇ ਵੀ ਕਚਹਿਰੀ ਦੇ ਵਿੱਚ ਕੇਸ ਲੈਣ ਜਾਂਦੇ ਹੋ ਤਾਂ ਐਡੀ ਮੋਟੀ ਫਾਈਲ ਬਣਦੀ ਹੈ ਤੁਹਾਡੇ ਕੇਸ ਦੀ, ਉਹੀ ਆਸਟ੍ਰੇਲੀਆ, ਉਹੀ GT ਹੈ ਜਿਹਦੇ ਕੋਲ ਗੱਲਾਂ ਕਰਨ ਨੂੰ ਜਾਂ ਦੱਸਣ ਨੂੰ ਬਹੁਤ ਕੁਛ ਹੈ ਤੇ ਸਬੂਤ ਦੇਣ ਨੂੰ ਬਹੁਤ ਕੁਛ ਹੈ, ਉਹੀ GT ਹੀ ਹੈ ਤੇ ਉਹੀ ਵੀਜ਼ਾ ਲੈਣਾ ਡਿਜ਼ਰਵ ਕਰਦਾ ਹੈ, ਇਰਰਿਸਪੈਕਟਿਵ ਆਫ ਦਾ ਫਿਗਰ ਤੁਸੀਂ ਕਿੰਨੀ ਲਿਕੁਇਡ ਦਿਖਾਇਆ, ਕਿੰਨਾ ਫਿਕਸ ਦਿਖਾਇਆ। ਕਿਉਂਕਿ ਮੈਂਡੇਟ ਡਾਕੂਮੈਂਟੇਸ਼ਨ ITR ਹੈ, ਫੰਡ ਤਾਂ ਬਿਲਕੁਲ ਮੈਂਡੇਟ ਹੈ ਹੀ ਨਹੀਂ। ਤਾਂ ਹੀ ਤੁਸੀਂ ਸੁਣਿਆ ਹੋਣਾ AL1 'ਚ ਦਿਖਾਉਣ ਦੀ ਲੋੜ ਨਹੀਂ, AL2 ਯੂਨੀਵਰਸਿਟੀਆਂ ਹੀ ਤੁਹਾਡੇ ਫੰਡ ਵੇਖਦੀਆਂ ਨੇ। ਤਾਂ ਫੰਡ ਆਰ ਨਾਟ ਦਾ ਟਰੂ ਰਿਫਲੈਕਸ਼ਨ ਆਫ ਵੀਜ਼ਾ ਸਕਸੈਸ ਔਰ ਵੀਜ਼ਾ ਫੇਲੀਅਰ। ਬਿਲਕੁਲ। ਤੇ ਆਪਾਂ ਹੁਣ ਆਸਟ੍ਰੇਲੀਆ ਦੀ ਜੋ ਸ਼ਾਰਟੇਜ ਲਿਸਟ ਬਾਰੇ ਵੀ ਗੱਲ ਕਰ ਲਈਏ ਕਿ ਜਦੋਂ ਸਟੂਡੈਂਟ ਅਪਲਾਈ ਕਰਨ ਬਾਰੇ ਹੁਣ ਸੋਚ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ, ਤਾਂ ਕਿ ਉਸਨੂੰ ਰੈਫਰ ਕਰਨਾ ਚਾਹੀਦਾ ਹੈ ਇਸ ਸ਼ਾਰਟੇਜ ਲਿਸਟ ਨੂੰ ਲੈ ਕੇ, ਤਾਂ ਕਿ ਅਪਲਾਈ ਕਰਨ ਵੇਲੇ ਉਸ ਬਾਤ ਪ੍ਰੋਸੈਸ ਵਿੱਚ ਜੋ ਹੈ ਅੱਗੋਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਦੇਖੋ ਇਹ ਲਿਸਟ ਦਾ ਨਾਮ ਦਿੱਤਾ ਗਿਆ ਕ੍ਰਿਟੀਕਲ ਸਕਿੱਲ ਸ਼ਾਰਟੇਜ ਲਿਸਟ। ਜੀ, ਇਹ ਲਿਸਟ ਹਰ ਸਾਲ ਰਿਲੀਜ਼ ਹੁੰਦੀ ਹੈ ਤੇ ਜਿਹਦੇ ਵਿੱਚ ਆਕੂਪੇਸ਼ਨ ਕਿ ਉਹ ਮੋਡਰੇਟ ਲੈਵਲ ਤੇ ਸ਼ਾਰਟੇਜ ਹੈ ਜਾਂ ਸਟਰੋਂਗ ਲੈਵਲ ਤੇ ਸ਼ਾਰਟੇਜ ਹੈ ਤੇ ਕਿਹੜੇ ਪਰਮਿਟ 'ਚ ਕਿੰਨੀ ਸ਼ਾਰਟੇਜ ਹੈ। ਇਹ ਸਿਰਫ ਔਰ ਸਿਰਫ ਇੱਕ ਆਈਡੀਆ ਹੈਗਾ ਸਟੂਡੈਂਟ ਨੂੰ, ਜਿਵੇਂ ਫਲਾਨੀ ਸਟੇਟ 'ਚ ਜਾਣਾ ਪਿਆ ਤਾਂ ਕੱਲ ਮੇਰੇ ਕੋਲ ਜੌਬ ਓਪਰਚੁਨਿਟੀਜ਼ ਕਿੰਨੀਆਂ ਹੁੰਦੀਆਂ ਉਸ ਪਾਰਟਿਕੂਲਰ ਸਟੇਟ ਦੇ ਵਿੱਚ। ਇਸ ਤੋਂ ਬਾਅਦ ਇਹ ਲਿਸਟ ਦਾ ਕੋਈ ਫਾਇਦਾ ਨਹੀਂ, ਕਿਉਂਕਿ ਲਿਸਟ ਹਰ ਸਾਲ ਚੇਂਜ ਹੁੰਦੀ ਹੈ। ਓਕੇ, ਲੌਂਗ ਟਰਮ ਸਕਿੱਲ ਸ਼ਾਰਟੇਜ ਲਿਸਟ, ਸ਼ਾਰਟ ਟਰਮ ਸਕਿੱਲ ਸ਼ਾਰਟੇਜ ਲਿਸਟ। ਜਿਹੜੀ ਸ਼ਾਰਟ ਟਰਮ ਸਕਿੱਲ ਸ਼ਾਰਟੇਜ ਲਿਸਟ ਹੈਗੀ ਹੈ ਉਹ ਹਰ 6 ਮਹੀਨੇ ਬਾਅਦ, ਲੌਂਗ ਟਰਮ ਹਰ 1 ਸਾਲ ਬਾਅਦ। ਓਕੇ, ਤਾਂ ਅੱਜ ਜੇ ਤੁਸੀਂ ਉਸ ਲਿਸਟ ਨੂੰ ਡਰਾਈਵ ਕਰਕੇ ਚੱਲਦੇ ਪਏ ਹੋ, ਮੈਂ ਫਲਾਨੀ ਇੰਜੀਨੀਅਰਿੰਗ ਕਰਨੀ ਹੈ ਕਿਉਂਕਿ ਉਹ ਡਿਮਾਂਡ 'ਚ ਹੈ, ਹੋ ਸਕਦਾ ਜਦ ਤੱਕ ਤੁਹਾਡੀ PR ਲਾਈਨ ਦੀ ਵਾਰੀ ਆਵੇ ਜਾਂ ਤੁਹਾਡੇ ਵਰਕ ਪਰਮਿਟ ਲਾਈਨ ਦੀ ਵਾਰੀ ਆਵੇ ਤਾਂ 4-5 ਸਾਲ ਬਾਅਦ ਉਹ ਲਿਸਟ ਵਿੱਚ ਹੋਵੇ ਹੀ ਨਾ। ਆਪਾਂ ਇੰਡੀਆ 'ਚ ਕਦੇ ਇਸ ਕਰਕੇ ਜੌਬ ਸਿਲੈਕਸ਼ਨ ਨਹੀਂ ਕਰਦੇ ਜਾਂ ਕੋਰਸ ਸਿਲੈਕਸ਼ਨ ਕਰਦੇ ਵੀ ਮੈਂ ਤਾਂ ਆਹੀ ਬਣਨਾ ਹੈ। ਜੇ ਆਹੀ ਬਣਨਾ ਨਾ ਤਾਂ ਫਿਰ ਉਹ ਪੈਸ਼ਨ ਹੁੰਦਾ, ਫਿਰ ਬੰਦਾ ਕੁਝ ਨਹੀਂ ਸੋਚਦਾ। ਜਿਹਨੇ ਪੇਂਟਿੰਗ ਸਿੱਖਣੀ ਉਹ ਪੇਂਟਿੰਗ ਹੀ ਸਿੱਖਦਾ, ਜਿਹਨੇ IPS IAS ਦੀ ਤਿਆਰੀ ਕਰਨੀ ਹੈ ਉਹੀ ਕਰਦਾ, ਇਰਰਿਸਪੈਕਟਿਵ ਔਰ ਕਿੰਨੀਆਂ ਪ੍ਰੋਬਲਮ ਆਉਂਦੀਆਂ ਨੇ। ਪਰ 90% ਯੂਥ ਜਿਹੜਾ ਆਪਣਾ ਹੈਗਾ ਉਹ ਕੋਰਸ ਸਿਲੈਕਸ਼ਨ ਕਰਦਾ ਹੈਗਾ, ਚੱਲ ਮੇਰੇ ਦੋਸਤ ਮਿੱਤਰ ਕਰਦੇ ਪਏ ਆ ਜਾਂ BA ਤੋਂ ਬਾਅਦ ਜਾਂ 12ਵੀਂ ਤੋਂ ਬਾਅਦ BCom ਕਰਨੀ ਹੈ ਕਾਮਰਸ ਤੋਂ ਬਾਅਦ, ਇਹੀ ਕਰਾਂਗੇ। ਜੀ ਜੀ, ਤਾਂ ਉਹ ਚੀਜ਼ਾਂ, ਉਹ ਫੈਕਟਰ ਹੈ, ਉਹਨੂੰ ਲਿਸਟਾਂ ਨਾਲ ਕਦੇ ਕਨੈਕਟ ਨਹੀਂ ਕਰਨਾ। ਤੁਹਾਡੀ GT ਉਦੋਂ ਮੰਨੀ ਜਾਣੀ ਹੈ ਜਦ ਤੁਹਾਡਾ ਪਿਛਲਾ ਕੋਰਸ ਅਗਲੇ ਕੋਰਸ ਦੇ ਨਾਲ ਰਿਲੇਟਡ ਹੁੰਦਾ, ਤੁਹਾਡਾ ਪਿਛਲਾ ਐਜੂਕੇਸ਼ਨ ਅਗਲੇ ਕੋਰਸ ਨੂੰ ਸਪੋਰਟ ਕਰਦਾ ਹੈ ਫॉर ਲੌਂਗ ਟਰਮ ਫਿਊਚਰ ਗੋਲਸ। ਬਿਲਕੁਲ। ਇੱਥੇ ਮੈਂ ਬੜਾ ਛੋਟਾ ਐਗਜ਼ਾਮਪਲ ਦਿੰਦਾ, ਹਰ ਵਾਰ ਦਿੰਦਾ। ਇੱਥੋਂ ਬੱਚਾ ਫਲਾਣੇ ਕੋਰਸ ਲਈ ਗਿਆ, ਉੱਥੇ ਜਾ ਕੇ ਕੁੱਕਰੀ 'ਚ ਕਨਵਰਟ ਕਰ ਲਿਆ ਕਿਉਂਕਿ ਕਿਸੇ ਨੇ ਸਲਾਹ ਦਿੱਤੀ ਕੁੱਕਰੀ ਛੇਤੀ PR ਹੋ ਜਾਂਦੀ ਹੈ। ਵੈਲ, ਤੁਹਾਨੂੰ 100 ਦੇ ਵਿੱਚੋਂ 10 ਤੋਂ ਉੱਤੇ ਐਗਜ਼ਾਮਪਲ ਨਹੀਂ ਮਿਲਣਗੇ ਇਹੋ ਜਿਹੇ ਬੰਦੇ ਜਿਹੜੇ 10 PR ਹੋ ਜਾਂਦੀ ਹੈ ਛੇਤੀ। ਉਹ ਵੀ ਲੱਕੀ ਹੋਣਗੇ ਜਾਂ ਉਹਨਾਂ ਨੇ ਕੁੱਕਰੀ ਨੂੰ ਸਪੈਸ਼ਨ ਨਾਲ ਕੀਤਾ ਹੋਣਾ ਕਿਉਂਕਿ ਸ਼ੌਂਕ ਹੈ। ਬਿਲਕੁਲ ਬਿਲਕੁਲ, ਤੇ ਉਹ ਜੈਨੂਨ ਆਪੇ ਬਣ ਗਏ। ਹੁਣ 90 ਜਿਹੜੇ ਰਹਿ ਗਏ ਉਹ ਕੁੱਕਰੀ ਨੂੰ ਸਵਿਚ ਸਿਰਫ ਇਸੇ ਲਈ ਕੀਤੇ ਸੀ ਛੇਤੀ PR ਹੋ ਜਾਂਦੀ ਹੈ। ਉਹਨਾਂ ਨੇ ਉਸ 'ਚ ਵੀ ਮਿਹਨਤ ਨਹੀਂ ਕੀਤੀ, ਉਸ 'ਚ ਕੰਮ ਨਹੀਂ ਕੀਤਾ ਤੇ ਅੱਜ ਉਹ ਸਿਰਫ ਵੀਜ਼ਾ ਵਧਾਉਣ ਲਈ ਵਕੀਲਾਂ ਨੂੰ ਪੈਸੇ ਦਿੰਦੇ ਰਹੇ ਨੇ ਜਾਂ ਉੱਥੇ ਰੈਸਟੋਰੈਂਟ ਵਾਲਿਆਂ ਨੂੰ ਪੈਸੇ ਦੇ ਰਹੇ ਨੇ ਵੀ ਸਾਨੂੰ ਨੋਮੀਨੇਟ ਕਰ ਦੇਵੋ, ਐਟਲੀਸਟ ਸਟੇਟ ਨੋਮੀਨੇਸ਼ਨ ਜਾਂ ਇੰਪਲੋਇਰ ਨੋਮੀਨੇਸ਼ਨ ਦੇ ਵਿੱਚ ਤਾਂ ਅਸੀਂ ਆ ਜਾਈਏ। ਹੁਣ ਇਹ ਉਦੋਂ ਹੀ ਹੁੰਦਾ ਜਦ ਅੰਨੇਵਾਹ ਚੀਜ਼ ਫੋਲੋ ਕੀਤੀ ਜਾਂਦੀ ਹੈ। ਯੂ ਸ਼ੁੱਡ ਡੂ ਵਟ ਯੂ ਲਵ ਟੂ ਡੂ। ਬਿਲਕੁਲ ਬਿਲਕੁਲ, ਉਹ ਚੀਜ਼ਾਂ ਕਰੋ ਤਾਂ ਕਿ ਤੁਹਾਡਾ ਜਿਹੜੀ ਮੰਜ਼ਿਲ ਹੈ ਉਹ ਵੀ ਬੜੀ ਹਸੀਨ ਹੋਵੇ। PR ਤਾਂ ਆਪੇ ਭੱਜ ਕੇ ਆਏਗੀ ਜੇ ਤੁਸੀਂ ਉਹ ਚੀਜ਼ ਪੈਸ਼ਨ ਨਾ ਕਰਦੇ ਪਏ ਹੋ ਤਾਂ। ਬਿਲਕੁਲ ਸਹੀ ਗੱਲ ਤੁਸੀਂ ਕਹੀ। ਜਿੱਥੇ ਆਪਾਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਤਾਂ ਮੈਂ ਇੱਕ ਹੋਰ ਛੋਟਾ ਜਿਹਾ ਪੁਆਇੰਟ ਡਿਸਕਸ ਕਰਨਾ ਚਾਹੂੰਗੀ। ਪਿਛਲੇ ਕੁਝ ਸ਼ੋਜ਼ ਵਿੱਚ ਆਪਾਂ GT ਨੂੰ ਲੈ ਕੇ, GT ਦੇ ਨਿਊ ਅਪਡੇਟਸ ਨੂੰ ਲੈ ਕੇ ਗੱਲ ਕੀਤੀ ਸੀ, ਤਾਂ ਮੈਂ ਇੱਥੇ ਜਾਣਨਾ ਚਾਹੂੰਗੀ ਹੁਣ ਜਿਹੜੀ ਫਾਈਲਿੰਗ ਹੋ ਰਹੀ ਹੈ ਤਾਂ ਕਿੰਨਾ ਕੁ ਫਰਕ ਹੈ GT ਅਪਡੇਟਸ ਤੋਂ ਬਾਅਦ। ਦੇਖੋ, ਉਹਨਾਂ ਨੇ ਇੱਕ ਰੋਡ ਮੈਪ ਬਣਾਤਾ ਜੀ। ਹੁਣ ਉਹ ਰੋਡ ਮੈਪ ਬਣਾਉਣ ਦੇ ਬਾਵਜੂਦ ਵੀ ਜੇ ਆਪਾਂ ਭਟਕਦੇ ਰਹੀਏ ਤਾਂ ਫਿਰ ਆਪਣੀ ਬੇਵਕੂਫੀ ਹੈ। ਰੋਡ ਮੈਪ ਬੜਾ ਕਲੀਅਰਲੀ ਡਿਫਾਈਨ ਹੈ। ਇਹ ਚੀਜ਼ਾਂ ਐਵੇਂ ਦੇਣੀਆਂ ਤਾਂ ਜਿੰਨੇ ਜ਼ਿਆਦਾ ਡਾਕੂਮੈਂਟੇਸ਼ਨ ਦੋਗੇ ਉਹਨੇ ਜ਼ਿਆਦਾ ਤੁਹਾਡੇ ਵੀਜ਼ਾ ਦੇ ਚਾਂਸਸ ਬਣਦੇ ਨੇ। ਬਾਵਜੂਦ ਉਸਦੇ ਵੀਜ਼ਾ ਰਿਜੈਕਟ ਹੁੰਦੇ ਨੇ। ਦਾ ਆਨਸਰ ਇਜ਼ ਯੈਸ, ਹੁੰਦੇ ਨੇ। ਉਹਦੇ ਕਾਰਨ ਅਲੱਗ-ਅਲੱਗ ਹੋ ਸਕਦੇ ਨੇ। ਦਾ ਫਾਈਲ ਜਿਸ ਤਰ੍ਹਾਂ ਪ੍ਰੈਜ਼ੈਂਟ ਕੀਤੀ ਗਈ ਹੈ, ਡਾਕੂਮੈਂਟੇਸ਼ਨ, ਫੈਮਿਲੀ ਕੇਸ, ਹਸਬੈਂਡ ਦਾ ਨਾਮ, ਐਜੂਕੇਟਡ ਹੋਣਾ, ਇਹ ਮੈਂ ਮਲਟੀਪਲ ਫੈਕਟਰ ਦੱਸ ਰਿਹਾ। ਇਹਦਾ ਕੰਬੀਨੇਸ਼ਨ ਪਰਮੂਟੇਸ਼ਨ ਲੱਗਦਾ, ਇੱਕ ਫੈਕਟਰ ਨਹੀਂ ਹੋ ਸਕਦਾ। ਪਲੱਸ ਤੁਹਾਡੇ ਇਨਕਮ ਦੇ ਕਿਹੜੇ ਡਾਕੂਮੈਂਟੇਸ਼ਨ ਅੱਗੇ ਗਏ ਨੇ। ਇਸੇ ਕਰਕੇ ਮੈਂ ਹਮੇਸ਼ਾ ਕਹਿੰਦਾ ਜੇ ਤੁਹਾਨੂੰ ਲੱਗਦਾ ਹੈ ਤੁਹਾਡਾ ਚੈਲੰਜ ਡਾਕੂਮੈਂਟੇਸ਼ਨ ਦਾ ਹੈ, MSME ਨਹੀਂ ਕਰਵਾ ਸਕਦੇ, ਬਿੱਲਾਂ ਦੀ ਕਾਪੀਆਂ ਨਹੀਂ ਦੇ ਸਕਦੇ, ਫੋਟੋਆਂ ਨਹੀਂ ਦੇ ਸਕਦੇ ਕਾਰੋਬਾਰ ਦੀਆਂ, ਮਸ਼ੀਨਰੀ ਦੀਆਂ, ਐਂਡ ਵਟਸੋ ਹਰ ਇੱਕ ਕਿੰਨੇ ਫੈਕਟਰ ਆ ਜਾਂਦੇ ਨੇ, ਤਾਂ ਆਸਟ੍ਰੇਲੀਆ ਵਾਲੇ ਪਾਸੇ ਜਾਓ ਹੀ ਨਾ। ਕਿਉਂਕਿ ਉਹ ਪੈਸਾ ਤੇ ਟਾਈਮ ਦੋਨੋਂ ਵੇਸਟ ਕਰਾਏਗਾ ਐਟਲੀਸਟ ਫॉर 3 ਮੰਥਸ।
ਕੰਟਰੀ ਉਹ ਸਿਲੈਕਟ ਕਰ ਲਓ ਜਿਹੜਾ ਤੁਹਾਨੂੰ ਸੈਕੰਡ ਬੈਸਟ ਲੱਗਦਾ, ਜਿੱਥੇ ਡਾਕੂਮੈਂਟੇਸ਼ਨ ਦੀ ਇੰਨੀ ਲੋੜ ਨਹੀਂ ਪੈਂਦੀ, ਦੈਟ ਇਜ਼ UK। ਠੀਕ ਹੈ, ਉੱਥੇ ਵੀ ਪਰਿਵਾਰ ਨਾਲ ਜਾ ਸਕਦੇ ਹੋ। ਤਾਂ ਕੰਟਰੀ ਸਿਲੈਕਸ਼ਨ ਸੁਪਨਿਆਂ ਦੇ ਆਧਾਰ ਨੂੰ ਛੱਡ ਕੇ ਐਟਲੀਸਟ ਤੁਸੀਂ ਪ੍ਰੈਕਟੀਕਲੀ ਕਿੱਥੇ ਅੱਜ ਐਲੀਜੀਬਲ ਹੁੰਦੇ ਹੋ, ਦੈਟ ਸ਼ੁੱਡ ਬੀ ਦ ਕੰਸਰਨ। GT ਇੱਕ ਰੋਡ ਮੈਪ, ਇੱਕ MBD ਗਾਈਡ ਹੈ ਬੇਸਿਕਲੀ। ਇਸ ਤਰ੍ਹਾਂ ਕਰੋਗੇ ਤੁਹਾਡੇ ਸਕਸੈਸਫੁਲ ਹੋਣ ਦੇ ਚਾਂਸਸ ਜ਼ਿਆਦਾ ਨੇ। ਹੁਣ ਇਹ ਤਾਂ ਹੈ ਨਹੀਂ MBD ਗਾਈਡ ਹੋਣ ਦੇ ਬਾਵਜੂਦ ਵੀ ਸਾਰੇ ਬੱਚੇ ਪਾਸ ਹੁੰਦੇ ਨੇ, ਕੁਝ ਪੜ੍ਹ ਕੇ ਵੀ ਫੇਲ ਹੁੰਦੇ ਨੇ। ਜੀ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਆਸਟ੍ਰੇਲੀਆ ਬਾਰੇ ਕਈ ਆਪਾਂ ਟੌਪਿਕਸ ਡਿਸਕਸ ਕੀਤੇ ਨੇ। ਆਸਟ੍ਰੇਲੀਆ ਦੀ ਫਾਈਲਿੰਗ ਹਮੇਸ਼ਾ ਜੋ ਹੈ ਥੋੜੀ ਡਿਫਰੈਂਟ ਹੁੰਦੀ ਹੈ, ਇਸ ਲਈ ਕਿ ਚੰਗੇ ਕੰਸਲਟੈਂਟ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੂੰ ਪੂਰੀ ਨੌਲੇਜ ਹੋਵੇ ਤੇ ਉਸ ਹਿਸਾਬ ਦੇ ਨਾਲ ਤੁਹਾਡੀ ਫਾਈਲ ਦੇ ਉੱਪਰ ਕੰਮ ਕਰਕੇ ਸਕਸੈਸਫੁਲੀ ਤੁਹਾਡਾ ਵੀਜ਼ਾ ਲਿਆਂਦਾ ਜਾ ਸਕੇ। ਸੋ ਕੋਈ ਹੋਰ ਕਨਫਿਊਜ਼ਨ ਹੋਵੇ, ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ, ਤੁਸੀਂ ਕਾਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਕੈਨੇਡਾ ਬਾਰੇ ਵੀ ਗੱਲ ਕਰਾਂਗੇ। ਕੈਨੇਡਾ ਦੇ ਕਈ ਇਨਟੇਕਸ ਆਉਂਦੇ ਨੇ, ਪਰ ਇੱਥੇ ਗੱਲ ਸੈਪਟੈਂਬਰ ਇਨਟੇਕ ਦੀ ਆਪਾਂ ਕਰਨੀ ਹੈ, ਕਿਉਂਕਿ 2023 ਦੀ ਸ਼ੁਰੂਆਤ ਹੋਣ ਹੀ ਵਾਲੀ ਹੈ। ਸਟੂਡੈਂਟਸ ਜਿਹੜੇ ਤਿਆਰੀ ਕਰ ਰਹੇ ਨੇ, ਮੈਂ ਇੱਥੇ ਸਭ ਤੋਂ ਪਹਿਲਾਂ ਇੰਪੋਰਟੈਂਸ ਜਾਣਨਾ ਚਾਹੂੰਗੀ ਸੈਪਟੈਂਬਰ ਇਨਟੇਕ ਦੀ। ਦੇਖੋ, ਸੈਪਟੈਂਬਰ ਇਨਟੇਕ ਕੈਨੇਡਾ ਦਾ ਸਭ ਤੋਂ ਵੱਡਾ ਇਨਟੇਕ ਹੁੰਦਾ। ਤੁਹਾਨੂੰ ਇੰਨੇ ਕੋਰਸਿਸ ਦੀ ਰੇਂਜ ਮਿਲ ਜਾਣੀ ਹੈ ਵੀ ਤੁਸੀਂ ਕਹੋਗੇ ਅੱਛਾ ਇਹਦੀ ਵੀ ਮਾਈਕਰੋ ਸਪੈਸ਼ਲਾਈਜੇਸ਼ਨ ਅਵੇਲੇਬਲ ਹੈ। ਦਾ ਆਨਸਰ ਵਿਲ ਬੀ ਹਾਂਜੀ, ਕਿਉਂਕਿ ਮੇਨ ਇਨਟੇਕ ਹੋਣ ਕਰਕੇ ਤੁਹਾਡੇ ਵੀਜ਼ਾ ਚਾਂਸਸ ਜਿਹੜੇ ਕਿ ਕੋਰਸ ਸਿਲੈਕਸ਼ਨ ਤੇ ਟਿਕੇ ਹੋਏ ਆ ਆਟੋਮੈਟਿਕਲੀ ਵੱਧ ਜਾਂਦੇ ਨੇ। ਬਟ ਉਸ ਜਿਹੜੇ ਮਾਈਕਰੋ ਸਪੈਸ਼ਲਾਈਜ਼ਡ ਪ੍ਰੋਗਰਾਮ ਹੁੰਦੇ ਨੇ ਉਹ ਅੱਜ ਦੀ ਡੇਟ ਦੇ ਵਿੱਚ 6-6 7-7 ਮਹੀਨੇ ਪਹਿਲਾਂ ਕਲੋਜ਼ ਹੋਣੇ ਸ਼ੁਰੂ ਹੋ ਗਏ ਡਿਊ ਟੂ ਦ ਪਪੂਲੈਰਿਟੀ ਆਫ ਦ ਪ੍ਰੋਗਰਾਮ। ਜਾਂ ਹਰ ਕੋਈ ਵੀਜ਼ਾ ਸਕਸੈਸ ਵਾਸਤੇ ਵਧੀਆ ਤੋਂ ਵਧੀਆ ਕੋਰਸ ਲੈਣਾ ਚਾਹੁੰਦਾ ਹੈ, ਬੇਸਿਕ ਕੋਰਸ ਜਾਂ ਜਰਨਲ ਕੋਰਸ ਨਹੀਂ ਲੈਣਾ ਚਾਹੁੰਦਾ, ਤੇ ਉਹਦੇ ਵਾਸਤੇ ਅੱਜ ਹੀ ਰਾਈਟ ਟਾਈਮ ਹੈ ਐਕਸ਼ਨ ਲੈਣ ਦਾ। ਤੁਹਾਡੀ ਕਲਾਸ 12th ਹੋ ਚੁੱਕੀ ਹੈ, ਫਸਟ ਈਅਰ ਵਿੱਚ ਹੋ, ਸੈਕੰਡ ਈਅਰ 'ਚ ਹੋ, ਜਾਂ ਫਾਈਨਲ ਦੇ ਪੇਪਰ ਦਿੰਦੇ ਪਏ ਹੋ। ਜੇ ਤੁਸੀਂ ਕਾਲਜ ਡਿਪਲੋਮਾ ਲਈ ਜਾਣਾ ਹੈ ਔਰ ਐਡਵਾਂਸ ਡਿਪਲੋਮਾ ਵਾਸਤੇ ਜਾਣਾ ਹੈ, ਤੁਹਾਡੀ ਐਲੀਜੀਬਿਲਿਟੀ ਅੱਜ ਬਣਦੀ ਹੈ ਅਪਲਾਈ ਕਰਨ ਦੀ, ਬਸ਼ਰਤੇ ਤੁਹਾਡੇ ਕੋਲ IELTS ਪਾਸ ਕੀਤਾ ਹੋਵੇ। ਹਾਂ, ਤੁਸੀਂ PG ਡਿਪਲੋਮੇ ਲਈ ਜਾਣਾ ਹੈ ਐਂਡ ਯੂ ਆਰ ਸਟਿਲ ਇਨ ਦ ਫਾਈਨਲ ਈਅਰ, ਫਿਰ ਤੁਹਾਨੂੰ ਰਿਜ਼ਲਟ ਦੀ ਵੇਟ ਕਰਨੀ ਪਏਗੀ। ਜੇ ਤੁਸੀਂ ਬੈਚਲਰ ਦੇ ਫਾਈਨਲ ਈਅਰ 'ਚ ਹੋ ਪਰ ਡਿਪਲੋਮੇ ਲਈ ਜਾ ਰਹੇ ਹੋ, ਜਿਹਦਾ ਕਿ ਬੇਸਿਕ ਐਡਮਿਸ਼ਨ ਦਾ ਕ੍ਰਾਈਟੇਰੀਆ ਕਲਾਸ 12th ਹੈ, ਤਾਂ ਤੁਸੀਂ ਅੱਜ ਐਲੀਜੀਬਲ ਹੈਗੇ ਹੋ। ਫਿਰ ਟਾਈਮ ਵੇਸਟ ਨਹੀਂ ਕਰਨਾ, ਅੱਜ ਹੀ ਅਪਲਾਈ ਕਰਕੇ ਸੈਪਟੈਂਬਰ ਇਨਟੇਕ ਦਾ ਮਾਈਕਰੋ ਸਪੈਸ਼ਲਾਈਜ਼ਡ ਪ੍ਰੋਗਰਾਮ ਆਪਣੀ ਫੀਲਡ ਦੇ ਹੇਠਾਂ ਲੈ ਕੇ ਅਪਲਾਈ ਕਰੋ ਫॉर ਹਾਇਰ ਵੀਜ਼ਾ ਚਾਂਸਸ। ਓਕੇ, ਯਾਨੀ ਜਿਹੜੇ ਸਟੂਡੈਂਟਸ ਹੁਣ ਤਿਆਰੀ ਕਰ ਰਹੇ ਨੇ ਉਹ ਸੈਪਟੈਂਬਰ ਇਨਟੇਕ ਲਈ ਹੁਣੇ ਤੋਂ ਅਪਲਾਈ ਕਰ ਸਕਦੇ ਹਨ। ਐਬਸੋਲੂਟਲੀ ਜੀ ਜੀ ਜੀ, ਬਿਲਕੁਲ। ਅੱਗੋਂ ਜਿੱਥੇ ਗੱਲ ਕੈਨੇਡਾ ਦੀ ਹੁੰਦੀ ਹੈ ਨਾ, ਉੱਥੇ ਸਟੂਡੈਂਟਸ ਦੀ ਕਨਫਿਊਜ਼ਨ ਇੱਕ ਇਹ ਵੀ ਹੁੰਦੀ ਹੈ, ਅਸੀਂ ਯੂਨੀਵਰਸਿਟੀ ਵਿੱਚ ਅਪਲਾਈ ਕਰੀਏ, ਅਸੀਂ ਕਾਲਜ ਵਿੱਚ ਅਪਲਾਈ ਕਰੀਏ, ਕਿੱਥੇ ਜ਼ਿਆਦਾ ਵਧੀਆ ਸਕਸੈਸ ਰੇਟ ਰਹਿ ਸਕਦਾ ਹੈ? ਕੀ ਇਹ ਵੀ ਡਿਪੈਂਡ ਕਰਦਾ ਹੈ ਕਾਲਜ ਜਾ ਰਹੇ ਆ ਕਿ ਯੂਨੀਵਰਸਿਟੀ ਜਾ ਰਹੇ ਆ, ਉਸ ਹਿਸਾਬ ਨਾਲ ਵੀ ਵੀਜ਼ਾ ਆਉਣ ਦੇ ਉੱਪਰ ਚਾਂਸਸ ਬਣਦੇ ਨੇ? ਐਬਸੋਲੂਟਲੀ ਜੀ, ਇਹ ਬੜਾ ਵਧੀਆ ਸਵਾਲ ਆ। ਉਹਦਾ ਕਾਰਨ ਕੀ ਹੈ? ਮੈਂ ਕਿੰਨੀ ਵਾਰ ਦੇਖਿਆ 2 ਵਾਰ ਡਿਪਲੋਮੇ ਤੋਂ ਰਿਫਿਊਜ਼ ਹੋ ਕੇ ਬੰਦਾ ਕਹਿੰਦਾ ਹੁਣ ਯੂਨੀਵਰਸਿਟੀ ਟਰਾਈ ਮਾਰਦੇ ਕਿਉਂਕਿ ਡਿਗਰੀ ਕਰਨ ਦਾ ਵਿਚਾਰ ਬਣ ਗਿਆ। ਜੀ ਜੀ, ਉੱਥੇ ਵੀ ਰਿਜੈਕਸ਼ਨ ਆ ਜਾਂਦਾ ਹੈ। ਯੂਨੀਵਰਸਿਟੀ ਤੇ ਡਿਪਲੋਮੇਜ਼ ਨੂੰ ਬਿਲਕੁਲ ਅਲੱਗ-ਅਲੱਗ ਦਿਮਾਗ 'ਚ ਲੈ ਕੇ ਚੱਲੋ। ਯੂਨੀਵਰਸਿਟੀ ਇਜ਼ ਅ ਗਲੋਬਲ ਐਕਸੈਪਟਡ ਡਿਗਰੀ, ਉਹ ਡਿਗਰੀਆਂ ਦਿੰਦੇ ਨੇ, ਬੈਚਲਰਸ ਹੋ ਗਈਆਂ, ਮਾਸਟਰਸ ਹੋ ਗਈਆਂ। ਕਾਲਜਸ ਗਿਵ ਯੂ ਡਿਪਲੋਮਾ ਐਂਡ ਐਡਵਾਂਸ ਡਿਪਲੋਮਾ ਔਰ PG ਡਿਪਲੋਮਾ, ਜਿਹੜੇ ਕਿ ਵੋਕੇਸ਼ਨਲ ਲੈਵਲ ਤੇ ਹੁੰਦੇ ਨੇ। ਦੋਨਾਂ ਦਾ ਐਂਟਰੀ ਕ੍ਰਾਈਟੇਰੀਆ ਵੱਖਰਾ ਵੱਖਰਾ ਹੈ, ਦੋਨਾਂ ਦਾ ਕੋਰਸ ਸਬਜੈਕਟ ਪੜ੍ਹਾਉਣ ਦਾ ਤਰੀਕਾ ਵੱਖਰਾ ਵੱਖਰਾ ਹੈ। ਹੁਣ ਤੁਸੀਂ ਛੋਟਾ ਜਿਹਾ ਕੇਸ ਸਿਨੈਰੀਓ, 8 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੇ ਕੋਲ ਐਜ਼ ਐਨ ਇੰਜੀਨੀਅਰ, ਕਿ ਅੱਜ ਤੁਸੀਂ PG ਡਿਪਲੋਮਾ ਕਰਨ ਜਾਓਗੇ ਕਿਸੇ ਕਾਲਜ ਦੇ ਵਿੱਚ ਜਾਂ ਮਾਸਟਰਸ ਕਰਨ ਜਾਓਗੇ ਡਿਗਰੀ ਦੇ ਵਿੱਚ, 99.9% ਵੀਜ਼ਾ ਚਾਂਸਸ ਤੁਹਾਡੇ ਬਣਨਗੇ ਮਾਸਟਰਸ ਪ੍ਰੋਗਰਾਮ ਦੇ ਵਿੱਚ। ਕਿਉਂਕਿ ਬੜਾ ਸਿੰਪਲ ਜਿਹਾ ਸਵਾਲ ਵੀਜ਼ਾ ਆਫਿਸਰ ਪੁੱਛਦਾ ਹੈ, ਇਹ ਕੋਰਸ ਜੇ ਤੁਸੀਂ ਡਿਪਲੋਮਾ ਚੂਜ਼ ਕਰੋ ਜਾਂ PG ਡਿਪਲੋਮਾ ਚੂਜ਼ ਕਰੋ, ਇਹ ਕੋਰਸ ਜਿਹੜਾ ਤੁਸੀਂ ਕਰਨ ਚੱਲੇ ਹੋ ਇਹੋ ਜਿਹਾ ਇਹਦੇ ਵਿੱਚ ਕੀ ਹੈ ਜੋ ਤੁਸੀਂ 8 ਸਾਲ ਦੀ ਨੌਕਰੀ 'ਚ ਨਹੀਂ ਕੀਤਾ? ਕਿਉਂਕਿ ਪੜ੍ਹਾਈ ਆਪਾਂ ਕਰਦੇ ਹਾਂ ਕੁਝ ਨਵਾਂ ਸਕਿੱਲ ਸਿੱਖਣ ਵਾਸਤੇ ਤਾਂ ਕਿ ਉਹਨੂੰ ਇੰਪਲੀਮੈਂਟ ਕਰਕੇ ਪੈਸੇ ਕਮਾਈਏ। ਹੁਣ ਜਿਹੜਾ ਤੁਸੀਂ 8 ਸਾਲ ਦੇ ਐਕਸਪੀਰੀਅੰਸ ਇੰਜੀਨੀਅਰਿੰਗ ਦਾ ਹਰੇਕ ਕੁਝ ਐਸਪੈਕਟ ਦੇਖ ਲਿਆ, ਉਹ ਕਿਹੜਾ ਕੋਰਸ ਹੈ ਤੁਹਾਡਾ, ਉਸ 'ਚ ਕੀ ਨਵਾਂ ਸਿੱਖੋਗੇ? ਕਿਉਂਕਿ ਤੁਸੀਂ ਪੈਸੇ ਲਾਣੇ ਪਏ ਹੋ 12 ਤੋਂ 15 ਲੱਖ ਰੁਪਏ, ਕੀ ਉਹ ਤੁਹਾਡਾ ਐਕਚੁਅਲ ਦੇ ਵਿੱਚ ਸਪੈਂਡਿੰਗ ਤੁਹਾਡੀ ਆਥੈਂਟਿਕ ਰਹੇਗੀ ਉਹ ਪੜ੍ਹਾਈ ਕਰਕੇ ਨੌਕਰੀ ਮਿਲਣ ਦੀ? ਵੇਅਰਐਜ਼ ਇਹ ਬੰਦਾ ਦੂਜੇ ਪਾਸੇ ਆਂਦਾ ਮਾਸਟਰਸ ਡਿਗਰੀ ਕਰਨ ਲਈ ਵੀ 8 ਸਾਲ ਹੋ ਗਏ ਮੈਨੂੰ ਇੱਕ ਪੋਜੀਸ਼ਨ ਤੇ ਸਟੈਗਨੈਂਟ, ਮੇਰੀ ਤਨਖਾਹ 20-25 ਹਜ਼ਾਰ ਤੇ ਫਸੀ ਹੋਈ ਹੈ, ਮੈਨੂੰ ਤਰੱਕੀ ਵਾਸਤੇ ਕੰਪਨੀਆਂ ਕਹਿੰਦੀਆਂ ਮਾਸਟਰ ਡਿਗਰੀ ਲੈ ਕੇ ਆ, ਹੁਣ ਮੈਂ ਮਾਸਟਰ ਡਿਗਰੀ ਕਰਨ ਚੱਲਾਂ। ਹੁਣ ਤੁਸੀਂ ਆਪ ਸੋਚੋ ਇਹ ਕਿਹੜਾ ਜ਼ਿਆਦਾ GT ਵਾਲਾ ਕੇਸ ਬਣ ਗਿਆ, ਕਿਹੜਾ ਜ਼ਿਆਦਾ ਜੈਨੂਇਨ ਕੇਸ ਬਣ ਗਿਆ? ਕਿਉਂਕਿ ਉਹਨੂੰ ਤਰੱਕੀ ਲੈਣ ਲਈ 35,000 ਤੋਂ ਛਾਲ ਮਾਰਨ ਲਈ 70,000 ਦੀ ਨੌਕਰੀ ਦੇ ਉੱਤੇ ਉਹਨੂੰ ਮਾਸਟਰ ਡਿਗਰੀ ਚਾਹੀਦੀ ਹੈ। ਕਿਉਂਕਿ ਇੱਕ ਲੈਵਲ ਤੇ ਜਾ ਕੇ ਸਕਿੱਲ ਸਾਈਡ ਹੋ ਜਾਂਦਾ ਹੈ ਤੇ ਨਵਾਂ ਜਿਹੜਾ ਇਨਫੋਰਮੇਸ਼ਨ ਮੈਨੇਜਰਲ ਸਕਿੱਲ ਜਿਹਨੂੰ ਆਪਾਂ ਕਹਿੰਦੇ ਆ, ਹੈਂਡ ਵਾਲਾ ਸਕਿੱਲ ਸਾਈਡ ਤੇ ਹੋ ਗਿਆ ਇੰਜੀਨੀਅਰਿੰਗ ਦਾ, ਮੈਨੇਜਰ ਸਕਿੱਲ ਜਦ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਹਾਡੀ ਬੁੱਕਤ ਬਣਨੀ ਸ਼ੁਰੂ ਹੋ ਜਾਂਦੀ ਹੈ। ਤਾਂ ਤੁਹਾਡਾ ਕੋਰਸ ਸਿਲੈਕਸ਼ਨ, ਤੁਹਾਡੀ ਯੂਨੀਵਰਸਿਟੀ ਕਾਲਜ ਸਿਲੈਕਸ਼ਨ ਹੈਜ਼ ਟੂ ਬੀ ਔਨ ਦਾ ਕੋਰਸ। ਜੇ ਤੁਸੀਂ ਮਾਈਕਰੋ ਸਪੈਸ਼ਲਾਈਜ਼ਡ ਪ੍ਰੋਗਰਾਮ ਕਰਨਾ ਹੈ ਉਹ ਕਾਲਜ ਹੀ ਮਿਲੇਗਾ, ਉਹ ਯੂਨੀਵਰਸਿਟੀਆਂ 'ਚ ਮਿਲੇਗਾ ਹੀ ਨਹੀਂ। ਤੁਸੀਂ ਜਿਹੜੇ ਹੱਥ ਵਾਲੇ ਕੋਰਸ ਜਿਵੇਂ ਹੁੰਦੇ ਨਾ ਮਾਈਕਰੋ ਸਪੈਸ਼ਲਾਈਜ਼ਡ, ਇੱਕ
ਚੀਜ਼ ਨੂੰ ਤੈਅ ਨਾਲ ਨਿਚੋੜ ਦੇਣਾ, ਉਹ ਤੁਹਾਨੂੰ ਕਾਲਜ ਮਿਲੇਗਾ। ਜੀ ਜੀ। ਫਿਰ ਤੁਸੀਂ ਕਾਲਜ ਵਾਲੇ ਪਾਸੇ ਜਾਓ। ਤਾਂ ਲੈਟ ਕੋਰਸ ਬੀ ਦਾ ਡਿਸਾਈਡਿੰਗ ਫੈਕਟਰ, ਕਾਲਜ ਔਰ ਯੂਨੀਵਰਸਿਟੀ। ਜੀ 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 ਬਿਲਕੁਲ। ਸੋ ਵਾਕਈ ਇੱਕ ਬਹੁਤ ਵੱਡੀ ਕਨਫਿਊਜ਼ਨ ਹਮੇਸ਼ਾ ਸਟੂਡੈਂਟਸ ਨੂੰ ਰਹਿੰਦੀ ਹੈ ਕਾਲਜ ਤੇ ਯੂਨੀਵਰਸਿਟੀ ਨੂੰ ਲੈ ਕੇ। ਜਿੱਥੇ ਕੈਨੇਡਾ ਦੀ ਗੱਲ ਹੁੰਦੀ ਹੈ ਤੇ ਇੱਕ ਹੋਰ ਕਨਫਿਊਜ਼ਨ ਸਟੂਡੈਂਟਸ ਦੇ ਮਨ ਵਿੱਚ ਰਹਿੰਦੀ ਹੈ ਆਇਲਸ ਔਰ ਪੀਟੀ ਨੂੰ ਲੈ ਕੇ, ਕਿ ਰਿਜ਼ਲਟ ਕਿਸ ਵਿੱਚ ਜ਼ਿਆਦਾ ਅੱਛਾ ਆਉਂਦਾ ਹੈ। ਆਇਲਸ ਨਾਲ ਪੀਟੀ ਵਾਲਿਆਂ ਦਾ ਵੀ ਕੀ ਵਧੀਆ ਰਿਜ਼ਲਟ ਆ ਰਿਹਾ, ਪੀਟੀ ਵਾਲਿਆਂ ਨੂੰ ਕੈਨੇਡਾ ਲਈ ਅਪਲਾਈ ਕਰਨਾ ਚਾਹੀਦਾ ਕਿ ਨਹੀਂ? ਦੇਖੋ ਪੀਟੀ ਜਿਹੜਾ ਮੇਰੇ ਦਿਮਾਗ 'ਚ ਆਉਂਦਾ ਨਾ, ਕੈਨੇਡਾ ਇਟਸ ਲਾਈਕ ਸਕੂਟਰ ਦੀ ਸਟਿਪ ਨਹੀਂ ਹੁੰਦੀ ਜਿਵੇਂ। ਜੀ ਜੀ। ਆਇਲਸ ਪਾਸ ਨਹੀਂ ਹੋ ਰਿਹਾ, ਇੱਕ ਵਾਰ ਪੀਟੀ ਦੇ ਕੇ ਦੇਖ ਲਓ, ਸ਼ਾਇਦ ਸਟਿਪ ਨਹੀਂ ਚੱਲ ਜਾਵੇ ਜੀ। ਤਾਂ ਇਹਦੇ ਉੱਪਰ ਉਹਦੀ ਕੋਈ ਰੈਲੇਵੈਂਸੀ ਨਹੀਂ ਹੈਗੀ, ਸੌਰੀ ਟੂ ਸੇ। ਬਟ ਪੀਟੀ ਦਾ ਐਕਸੈਪਟੈਂਸ ਟੂ ਦਾ ਹਾਈ ਕਮਿਸ਼ਨ ਬਹੁਤ ਹੀ ਘੱਟ ਹੈਗਾ। ਓਕੇ। ਆਇਲਸ ਜੋ ਐਸਜੀਐਸ ਨੂੰ ਸਿੱਧਾ ਕੁਆਲੀਫਾਈ ਕਰਦਾ ਹੈ, ਤੇ ਅੱਜ ਆਇਲਸ ਵਾਲੇ ਐਪਲੀਕੇਸ਼ਨ ਦੀ ਤਾਦਾਦ ਸ਼ਾਇਦ ਹਾਈ ਕਮਿਸ਼ਨ ਦੇ ਵਿੱਚ ਜਿੰਨੀ ਰਿਕੁਆਇਰਮੈਂਟ ਆ ਉਹ ਤੋਂ ਤਿੱਗਣੀ ਹੋਏਗੀ। ਓਕੇ। ਤਾਂ ਪੀਟੀ ਦਾ ਨੰਬਰ ਤਾਂ ਆਣਾ ਹੀ ਨਹੀਂ ਹੈ, ਕਿਉਂਕਿ ਪੀਟੀ ਵੈਸੇ ਹੀ ਨਾਨ ਐਸਜੀਐਸ ਹੈ। ਤਾਂ ਜੇ ਕੈਨੇਡਾ ਸੋਚਦੇ ਪਏ ਹੋ, ਆਇਲਸ ਹੈਜ਼ ਟੂ ਬੀ ਦਾ ਓਨਲੀ ਆਪਸ਼ਨ ਐਂਡ ਓਨਲੀ ਪ੍ਰਾਇੋਰਟੀ। ਠੀਕ ਹੈ। ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਇਹਨਾਂ ਸਾਰੀ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੱਕੋਗੇ, ਕਿਉਂਕਿ ਆਸਟ੍ਰੇਲੀਆ ਕੈਨੇਡਾ ਨੂੰ ਲੈ ਕੇ ਸਟੂਡੈਂਟਸ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ। ਸਾਰੀ ਕਨਫਿਊਜ਼ਨਸ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਤੁਹਾਡਾ ਆਪਣਾ ਪ੍ਰੋਫਾਈਲ ਨੂੰ ਲੈ ਕੇ ਕੋਈ ਸਵਾਲ ਹੋਵੇ, ਇਨਟੇਕ, ਕਾਲਜ, ਕੋਰਸ ਸਿਲੈਕਸ਼ਨ ਨੂੰ ਲੈ ਕੇ, ਹੋਰ ਵੀ ਕੋਈ ਵੀ ਸਵਾਲ ਹੋਵੇ, ਤੁਸੀਂ ਜ਼ਰੂਰ ਆਪਣੇ ਸਵਾਲਾਂ ਦੇ ਜਵਾਬ ਟਾਈਮਲੀ ਲੈਣੇ ਨੇ। ਇਸ ਲਈ ਅਸੀਂ ਨੰਬਰ ਡਿਸਪਲੇ ਕੀਤਾ ਹੁੰਦਾ, ਇਸ ਦੇ ਉੱਪਰ ਤੁਸੀਂ ਲਗਾਤਾਰ ਕਾਲ ਕਰ ਸਕਦੇ ਹੋ ਤੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਸਰ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਬਹੁਤ ਖਾਸ ਗੱਲਾਂ ਹਰ ਵਾਰੀ ਸਟੂਡੈਂਟਸ ਲਈ ਲੈ ਕੇ ਆਉਂਦੇ ਹੋ, ਬਹੁਤ ਖਾਸ ਜਾਣਕਾਰੀ ਲੈ ਕੇ ਆਉਂਦੇ ਹੋ, ਤਾਂ ਕਿ ਸਟੂਡੈਂਟਸ ਜੇ ਵਿਦੇਸ਼ ਜਾਣਾ ਚਾਹੁੰਦੇ ਨੇ, ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਨੇ, ਸਹੀ ਤਰੀਕੇ ਦੇ ਨਾਲ ਜੈਨੂਇਨ ਵੇ ਦੇ ਨਾਲ ਅਪਲਾਈ ਕਰਕੇ ਅੱਗੇ ਵਧਣ। ਬਹੁਤ ਬਹੁਤ ਥੈਂਕਸ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।